ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ ਜੀ। ਸਤਲੁਜ ਦਰਿਆ ਨੂੰ ਆਪਣੇ ਰਾਜ ਦੀ ਹੱਦ ਮੰਨ ਲੈਣ ਨਾਲ ਇਸ ਦੇ ਪਾਰ ਦੇ ਇਲਾਕੇ ਤੇ ਰਣਜੀਤ ਸਿੰਘ ਦਾ ਪ੍ਰਭਾਵ ਹਮੇਸ਼ਾ ਵਾਸਤੇ ਖਤਮ ਹੋ ਗਿਆ। ਇੱਕ ਮਾਲਵੇ ਤੇ ਮਾਝੇ ਵਿਚਕਾਰ ਸਿੱਖਾਂ ਦੀ ਸਦਾ ਲਈ ਲਕੀਰ ਖਿੱਚ ਗਈ ਤੇ ਮਹਾਰਾਜਾ ਸਮੁੱਚੀ ਸਿੱਖ ਕੌਮ ਦਾ ਨੇਤਾ ਨਾ ਬਣ ਸਕਿਆ। ਇੱਕ ਬਹੁਤ ਸਾਰੇ ਉਪਜਾਊ ਇਲਾਕੇ ਖੁਸਣ ਨਾਲ ਆਰਥਿਕ ਨੁਕਸਾਨ ਵੀ ਹੋਇਆ। ਇੱਕ ਅੰਗਰੇਜ਼ਾਂ ਨੂੰ ਭਾਰਤ ਦੇ ਉੱਤਰ ਪੱਛਮ ਵੱਲੋਂ ਮੁਸਲਿਮ ਹਮਲਾ ਆਵਰਾਂ ਤੋਂ ਸਦਾ ਲਈ ਨਿਜਾਤ ਮਿਲ ਗਈ। ਇੱਕ ਖਾਲਸਾ ਰਾਜ ਨੂੰ ਅੰਗਰੇਜ਼ਾਂ ਨੇ ਅਫਗਾਨਿਸਤਾਨ ਤੇ ਅੰਗਰੇਜ਼ੀ ਸਾਮਰਾਜ ਦਰਮਿਆਨ ਬਫਰ ਸਟੇਟ ਦੇ ਤੌਰ ਤੇ ਵਰਤਿਆ। ਇੱਕ ਅੰਗਰੇਜ਼ੀ ਸਾਮਰਾਜ ਦੀਆਂ ਹਦਾਂ ਖਾਲਸਾ ਸਰਕਾਰ ਦੇ ਬਹੁਤ ਨਜ਼ਦੀਕ ਆ ਗਈਆਂ, ਜਿਸ ਨਾਲ ਵਕਤ ਆਉਣ ਤੇ ਖਾਲਸਾ ਰਾਜ ਨੂੰ ਹੜਪਣ ਦਾ ਰਾਹ ਸੌਖਾ ਹੋ ਗਿਆ। ਇੱਕ ਵਕਤ ਆਉਣ ਤੇ ਅੰਗਰੇਜ਼ਾਂ ਨੇ ਨਾਭਾ, ਪਟਿਆਲਾ ਤੇ ਜੀਂਦ ਨੂੰ ਖਾਲਸਾ ਰਾਜ ਨੂੰ ਖਤਮ ਕਰਨ ਵਾਸਤੇ ਮੋਹਰੇ ਦੀ ਤਰ੍ਹਾਂ ਵਰਤਿਆ। ਹੁਣ ਅੰਗਰੇਜ਼ਾਂ ਦੀ ਹੱਦ ਤੇ ਆਪਣੀਆਂ ਫੌਜਾਂ ਤਾਇਨਾਤ ਕਰਨ ਦੀ ਲੋੜ ਨਹੀਂ ਰਹੀ। ਇੱਥੋਂ ਬੇਫਿਕਰ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਮੂੰਹ ਪੱਛਮ ਵੱਲ ਕਰ ਲਿਆ। ਉਸ ਨੇ ਆਪਣੇ ਰਾਜ ਦੀਆਂ ਹਦਾਂ ਕਸ਼ਮੀਰ, ਡੇਰਾ ਜਾਤ, ਪਿਸ਼ਾਵਰ ਤੱਕ ਫੈਲਾਣ ਦਾ ਮੌਕਾ ਮਿਲ ਗਿਆ। ਉਸ ਨੇ 1810 ਗੁਜਰਾਤ ਤੇ ਖੁਸ਼ਾਬ, ਸਾਹੀਵਾਲ, ਹਲੋਵਾਲ, ਡੋਡਾਤ, ਵਜ਼ੀਰਾਬਾਦ, ਡਸਕਾ ਤੇ ਕਬਜ਼ਾ ਕਰ ਲਿਆ। ਉਸ ਨੇ 1811 ਵਿੱਚ ਸਿੰਘਪੁਰੀਆ ਅਤੇ ਨਕਈ ਮਿਸਲਾਂ ਦੇ ਰਚਨਾ ਦੁਆਬ ਵਿਚਲੇ ਇਲਾਕਿਆਂ ਤੇ 1813 ਵਿੱਚ ਅਟਕ, 1815 ਵਿੱਚ ਜੋਧ ਸਿੰਘ ਰਾਮਗੜੀਆ ਦਾ ਇਲਾਕਾ, 1818 ਵਿੱਚ ਚੰਗ ਅਤੇ ਨਵੰਬਰ 1818 ਵਿੱਚ ਮੁਲਤਾਨ ਵੀ ਅੱਧ ਪਛਦਾ ਉਸ ਦੇ ਕਬਜ਼ੇ ਵਿੱਚ ਆ ਚੁੱਕਾ ਸੀ। ਇਸ ਮਗਰੋਂ ਜੁਲਾਈ 1819 ਵਿੱਚ ਕਸ਼ਮੀਰ, 1821 ਵਿੱਚ ਮਨਕੇਰਾ ਤੇ 1824 ਵਿੱਚ ਨੌਸ਼ਹਿਰਾ ਵੀ ਉਸ ਦੀ ਰਿਆਸਤ ਵਿੱਚ ਸ਼ਾਮਿਲ ਹੋ ਚੁੱਕੇ ਸਨ। ਦਰਿਆ ਸਿੰਧ ਤੋਂ ਦਰਿਆ ਸਤਲੁਜ ਤੱਕ ਕਪੂਰਥਲਾ ਰਿਆਸਤ ਨੂੰ ਛੱਡ ਕੇ ਸਾਰਾ ਇਲਾਕਾ ਰਣਜੀਤ ਸਿੰਘ ਦੀ ਰਿਆਸਤ ਦਾ ਹਿੱਸਾ ਬਣ ਚੁੱਕਾ ਸੀ। ਇਨ੍ਹੀਂ ਪਹਾੜਾਂ ਵਿੱਚ ਜੰਮੂ, ਕਾਂਗੜਾ, ਅਖਨੂਰ, ਪਿੰਬਰ, ਲਖਨਪੁਰ, ਨੂਰਪੁਰ, ਗੁਲੇਰ, ਸੀਬਾ, ਕੋਟਲਾ, ਜਸਵਾਨ, ਦਾਤਾਰਪੁਰ ਵੀ ਉਸ ਦੀ ਹਕੂਮਤ ਦਾ ਹਿੱਸਾ ਬਣ ਚੁੱਕੇ ਸਨ। 1824 ਤੋਂ ਮਗਰੋਂ ਡੇਰਾ ਇਸਮਾਈਲ ਖਾਨ, 1831 ਪਿਸ਼ਾਵਰ, 1834 ਬੰਨੂ, ਕੋਹਾਟ ਅਤੇ 1836 ਡੇਰਾ ਗਾਜੀ ਖਾਨ ਵੀ ਉਸ ਦੇ ਕਬਜ਼ੇ ਵਿੱਚ ਆ ਚੁੱਕੇ ਸਨ। ਰਣਜੀਤ ਸਿੰਘ ਵੱਲੋਂ ਯੂਰਪੀਨ ਜਰਨੈਲਾਂ ਦੀ ਭਰਤੀ। ਰਣਜੀਤ ਸਿੰਘ ਨੇ ਇਹ ਸਾਰੀਆਂ ਜਿੱਤਾਂ ਸਿੱਖ ਫੌਜਾਂ ਦੀਆਂ ਕੁਰਬਾਨੀਆਂ ਸਦਕਾ ਹਾਸਿਲ ਕੀਤੀਆਂ ਸਨ। ਉਸ ਦੀ ਫੌਜ ਦੀ ਗਿਣਤੀ ਸ਼ੁਰੂ ਵਿੱਚ 5000 ਸੀ, ਉਸ ਦੇ ਮਰਨ ਵੇਲੇ ਤੱਕ 1 ਲੱਖ ਕੇ ਕਰੀਬ ਪਹੁੰਚ ਚੁੱਕੀ ਸੀ। ਉਸ ਕੋਲ 300 ਤੋਪਾਂ, 20,000 ਬੰਦੂਕਾਂ ਤੇ 50,000 ਦੇ ਕਰੀਬ ਘੋੜਸਵਾਰ ਸਨ। 1822 ਵਿੱਚ, ਜਦ ਉਸ ਦੀ ਫੌਜ ਵਿੱਚ ਐਲਡ ਤੇ ਵੈਂਤੂਰਾ ਫਰਾਂਸੀਸੀ ਜਰਨੈਲ ਸ਼ਾਮਿਲ ਹੋਏ, ਤਾਂ ਉਦੋਂ ਤੱਕ ਸਾਰੇ ਆਮ ਇਲਾਕੇ ਸਿੱਖ ਫੌਜਾਂ ਜਿੱਤ ਚੁੱਕੀਆਂ ਸਨ। ਰਣਜੀਤ ਸਿੰਘ ਦੇ ਯੂਰਪੀਨ, ਬ੍ਰਾਹਮਣ ਜਾਂ ਡੋਗਰਾ ਜਰਨੈਲਾਂ ਨੇ ਉਸ ਦੇ ਰਾਜ ਦੇ ਫੈਲਾਅ ਵਿੱਚ ਕੋਈ ਅਹਿਮ ਰੋਲ ਅਦਾ ਨਹੀਂ ਸੀ ਕੀਤਾ। ਇਸ ਦੇ ਬਾਵਜੂਦ ਰਣਜੀਤ ਸਿੰਘ ਦੀ ਫੌਜ ਦੀਆਂ ਬਹੁਤ ਸਾਰੀਆਂ ਪਲਟਨਾਂ ਯੂਰਪੀਨ ਅਫਸਰਾਂ ਦੀ ਕਮਾਨ ਹੇਠ ਸਨ। ਉਸ ਦੀ ਫੌਜ ਵਿੱਚ 20 ਬ੍ਰਿਟਿਸ਼, 4 ਅਮਰੀਕਨ, 5 ਇਟਾਲੀਅਨ, 24 ਫਰਾਂਸੀਸੀ, 3 ਸਕਾਟਿਸ਼, 1 ਆਇਰਿਸ਼, 4 ਰੂਸੀ, 2 ਜਰਮਨ, 1 ਆਸਟਰੀਅਨ, 1 ਹੰਗੇਰੀਅਨ, 1 ਪੁਰਤਗੀਜ਼, 4 ਯੂਨਾਨੀ ਤੇ 1 ਪ੍ਰਸ਼ੀਅਨ ਅਫਸਰ ਸਨ। ਇਹਨਾਂ ਵਿੱਚੋਂ ਕਈ ਤਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਬਾਕਾਇਦਾ ਰਾਬਤਾ ਰੱਖ ਰਹੇ ਸਨ ਤੇ ਕਈਆਂ ਨੇ ਨੌਕਰੀ ਛੱਡਣ ਮਗਰੋਂ ਗਦਾਰੀ ਵੀ ਕੀਤੀ। ਰਣਜੀਤ ਸਿੰਘ ਨੇ ਵਿਦੇਸ਼ੀ ਜਰਨੈਲਾਂ ਨੂੰ ਸਿੱਖ ਫੌਜੀਆਂ ਦੇ ਮੁਕਾਬਲੇ ਵਿੱਚ ਵੱਡੀਆਂ ਤਨਖਾਹਾਂ ਵੀ ਦਿੱਤੀਆਂ ਸਨ, ਜਿਹੜੀਆਂ ਕਈ ਵਾਰ ਇੱਕ ਆਮ ਸਿੱਖ ਫੌਜੀ ਤੋਂ 500 ਗੁਣਾ ਵੱਧ ਤੱਕ ਵੀ ਸਨ। ਜਦ ਰਣਜੀਤ ਸਿੰਘ ਕੋਲ ਅਥਾਹ ਤਾਕਤ ਆ ਗਈ ਤਾਂ ਉਸ ਨੇ ਆਪਣੀ ਹਕੂਮਤ ਵਿੱਚ ਗੈਰ ਸਿੱਖਾਂ ਨੂੰ ਵਧੇਰੇ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ, ਖਾਸ ਕਰਕੇ ਡੋਗਰਿਆਂ ਨੂੰ। ਇਹਨਾਂ ਵਿੱਚੋਂ ਸਭ ਤੋਂ ਵੱਧ ਖਤਰਨਾਕ ਡੋਗਰੇ ਸਨ ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ। 1822 ਵਿੱਚ ਕਿਸ਼ੋਰਾ ਸਿੰਘ ਡੋਗਰਾ ਦੇ ਮਰਨ ਤੋਂ ਬਾਅਦ ਗੁਲਾਬ ਸਿੰਘ ਰਾਜਾ ਬਣ ਗਿਆ। ਗੁਲਾਬ ਸਿੰਘ, ਰਣਜੀਤ ਸਿੰਘ ਦੀ ਹਕੂਮਤ ਵਿੱਚ, ਇੱਕੋ ਇੱਕ ਰਾਜਾ ਸੀ ਜਿਸ ਨੂੰ ਆਪਣੀ ਫੌਜ ਆਪ ਰੱਖਣ ਦਾ ਹੱਕ ਮਿਲਿਆ ਹੋਇਆ ਸੀ। ਇਸ ਤੋਂ ਕੁਝ ਚਿਰ ਮਗਰੋਂ ਗੁਲਾਬ ਸਿੰਘ ਡੋਗਰਾ ਦਾ ਭਰਾ ਸੁਚੇਤ ਸਿੰਘ ਡੋਗਰਾ ਰਾਮਨਗਰ ਦਾ ਰਾਜਾ ਬਣ ਗਿਆ ਤੇ 1827 ਵਿੱਚ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਵੀ ਰਾਜਾ ਬਣ ਗਿਆ ਤੇ ਧਿਆਨ ਸਿੰਘ ਡੋਗਰਾ ਤਾਂ ਰਾਜਾ ਸੀ ਹੀ। ਅਖੀਰ ਇਹਨਾਂ ਡੋਗਰਿਆਂ ਨੇ ਹੀ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹਕੂਮਤ ਨੂੰ ਤਬਾਹ ਕਰਨ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਇਨਹੀ ਮਿਸਰ ਬੇਲੀ ਰਾਮ ਉਸ ਦਾ ਖਜ਼ਾਨਚੀ ਸੀ ਜੋ ਉਸ ਦੇ ਰਾਜ ਵਿੱਚ ਧਰਮ ਅਰਥ ਲਈ ਰਕਮ ਦੇਣ ਦੇ ਫੈਸਲੇ ਵੀ ਕਰਦਾ ਸੀ। ਇੱਕ ਵਜ਼ੀਰ ਇੱਕ ਬ੍ਰਾਹਮਣ ਹੋਣ ਕਰਕੇ ਉਸ ਦੇ ਖਜ਼ਾਨੇ ਦਾ ਬਹੁਤ ਵੱਡਾ ਹਿੱਸਾ ਹਿੰਦੂ ਮੰਦਰਾਂ ਨੂੰ ਜਾਂਦਾ ਰਿਹਾ।
ਦਿਖਾਵੇ ਵਜੋਂ ਕੁਝ ਰਕਮ ਦਰਬਾਰ ਸਾਹਿਬ ਨੂੰ ਭੇਟ ਕਰਵਾ ਦਿੰਦਾ। ਰਣਜੀਤ ਸਿੰਘ ਦੇ ਕਰੋੜਾਂ ਰੁਪਏ ਥਾਨੇਸਰ ਕੁਰੂਕਸ਼ੇਤਰ, ਹਰਿਦੁਆਰ ਤੇ ਕਾਸ਼ੀ ਦੇ ਬ੍ਰਾਹਮਣਾਂ ਨੂੰ ਜਾਂ ਕਾਂਗੜਾ, ਜਵਾਲਾਮੁਖੀ, ਜੰਮੂ, ਬਨਾਰਸ ਦੇ ਮੰਦਰਾਂ ਤੇ ਸੋਨਾ ਚੜਾਉਣ ਵਾਸਤੇ ਦਿੱਤੇ ਗਏ। ਟਿੱਲਾ ਗੋਰਖਨਾਥ, ਧਿਆਨਪੁਰ, ਪੰਡੋਰੀ ਤੇ ਤਮਤਾਲ ਦੇ ਜੋਗੀਆਂ ਦੇ ਡੇਰੇ, ਦਰਜਨਾਂ ਸ਼ਿਵਾਲੇ ਤੇ ਮੰਦਰ ਵੀ ਰਣਜੀਤ ਸਿੰਘ ਤੋਂ ਵੱਡੀਆਂ ਰਕਮਾਂ ਹਾਸਿਲ ਕਰਦੇ ਰਹੇ। ਉਦਾਸੀਆਂ ਤੇ ਨਿਰਮਲਿਆਂ ਦੇ ਡੇਰੇ ਵੀ ਕਾਫੀ ਪੈਸਾ ਵਸੂਲ ਕਰਦੇ ਰਹੇ। ਰਣਜੀਤ ਸਿੰਘ ਦੇ ਇਸ ਬ੍ਰਾਹਮਣ ਵਜ਼ੀਰ ਨੇ ਦਰਬਾਰ ਸਾਹਿਬ ਦੇ ਦੁਆਲੇ ਬਹੁਤ ਸਾਰੀ ਜ਼ਮੀਨ ਉਦਾਸੀਆਂ ਨੂੰ ਦਿਵਾ ਦਿੱਤੀ ਸੀ, ਜਿੱਥੇ ਉਹਨਾਂ ਨੇ ਅਖਾੜੇ ਤੇ ਡੇਰੇ ਬਣਾ ਲਏ। ਇੱਕ ਹਾਲਾਂਕਿ ਗੁਰੂ ਦਾ ਚੱਕ, ਅੰਮ੍ਰਿਤਸਰ, ਦੀ ਇਹ ਸਾਰੀ ਜ਼ਮੀਨ ਦਰਬਾਰ ਸਾਹਿਬ ਦੀ ਸੀ, ਜਿਸ ਨੂੰ 1564 ਵਿੱਚ ਗੁਰੂ ਰਾਮਦਾਸ ਸਾਹਿਬ ਨੇ ਤੁੰਗ ਪਿੰਡ ਦੇ ਲੋਕਾਂ ਤੋਂ ਪੂਰਾ ਮੁੱਲ ਧਾਰ ਕੇ ਖਰੀਦਿਆ ਸੀ ਤੇ ਇਸ ਨੂੰ ਅੱਗੇ ਵੇਚਿਆ ਜਾਂ ਦਾਨ ਨਹੀਂ ਸੀ ਦਿੱਤਾ ਜਾ ਸਕਦਾ। ਰਣਜੀਤ ਦੇ ਰਾਜ ਸਮੇਂ 10% ਸਿੱਖਾਂ ਤੇ 15% ਦੂਜੇ ਫਿਰਕਿਆਂ ਤੇ ਸੰਪਰਦਾਵਾਂ ਨੂੰ ਰਕਮਾਂ ਮਿਲਦੀਆਂ ਰਹੀਆਂ ਸਨ, ਬਾਕੀ 75% ਮੰਦਰਾਂ ਤੇ ਉਹਨਾਂ ਦੇ ਤਿੱਥ ਸੰਸਥਾਵਾਂ ਨੂੰ। ਰਣਜੀਤ ਸਿੰਘ ਨੇ ਤਾਂ ਅੰਮ੍ਰਿਤਸਰ ਦਾ ਇਜਾਰੇਦਾਰ, ਟੈਕਸ ਵਸੂਲਣ ਵਾਲਾ, ਵੀ ਇੱਕ ਬ੍ਰਾਹਮਣ ਰੁਲੀਆ ਰਾਮ ਮਿਸਰ ਨੂੰ ਬਣਾਇਆ। ਇਹਨਾਂ ਬ੍ਰਾਹਮਣ ਸਲਾਹਕਾਰਾਂ ਨੇ ਰਣਜੀਤ ਸਿੰਘ ਦੇ ਝੰਡੇ ਦੇ ਰੰਗ ਤੱਕ ਬਦਲਵਾ ਦਿੱਤੇ। ਰਣਜੀਤ ਸਿੰਘ ਨੂੰ ਇਹਨਾਂ ਅਣਜਾਣ ਤੇ ਮੂਰਖਤਾ ਨਹੀਂ ਕਿਹਾ ਜਾ ਸਕਦਾ ਜੋ ਕਈ ਹਿਸਟੋਰੀਅਨ ਨੇ ਕਿਹਾ ਹੈ। ਹਾਂ, ਉਹ ਡੋਗਰਿਆਂ ਤੇ ਅੰਧ ਵਿਸ਼ਵਾਸ ਕਰਦਾ ਸੀ। ਇੱਕ ਡੋਗਰੇ ਤੇ ਬ੍ਰਾਹਮਣ ਇਤਨੇ ਚਲਾਕ ਤੇ ਮਿੱਠੇ ਸੀ ਕਿ ਉਸ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਉਸ ਦਾ ਦਰਬਾਰ, ਤਾਜ, ਖਜ਼ਾਨਾ, ਫੌਜ ਤੇ ਨਿਜ਼ਾਮ ਸਭ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਕੀਤੇ ਹੋਏ ਸਨ। ਰਣਜੀਤ ਸਿੰਘ ਵਾਸਤੇ ਲੜਨ ਵਾਲੇ ਜਰਨੈਲ ਅਕਾਲੀ ਫੂਲਾ ਸਿੰਘ, ਹੁਕਮਾ ਸਿੰਘ ਚਿਮਨੀ, ਨਿਦਾਨ ਸਿੰਘ ਪੰਜ ਹੱਥਾ, ਨਿਹਾਲ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲੇ, ਹਰੀ ਸਿੰਘ ਨਲਵਾ, ਧੰਨਾ ਸਿੰਘ ਮਲਵਈ, ਮਜੀਠੀਏ, ਛਾਛੀ ਤੇ ਆਹਲੂਵਾਲੀਏ ਸਰਦਾਰ ਸਨ। ਪਰ ਉਸ ਦੀ ਮਿਹਰ ਵਧੇਰੇ ਕਰਕੇ ਹਿੰਦੂਆਂ ਤੇ ਹੀ ਰਹੀ, ਭਾਵੇਂ ਉਹ ਭਈਏ ਸਨ, ਪਹਾੜੀਏ ਜਾਂ ਪੰਜਾਬੀ ਹਿੰਦੂ। ਜੇ ਰਣਜੀਤ ਸਿੰਘ ਨੇ ਹਰੀ ਸਿੰਘ ਨਲਵਾ ਜਾਂ ਕਿਸੇ ਹੋਰ ਸਿੱਖ ਜਰਨੈਲ ਨੂੰ ਗਵਰਨਰ ਜਾਂ ਕੋਈ ਹੋਰ ਆਮ ਅਹੁਦਾ ਦਿੱਤਾ ਤਾਂ ਉਹ ਸਿਰਫ ਇਸ ਕਰਕੇ ਦਿੱਤਾ ਸੀ ਤਾਂ ਜੋ ਉਹ ਸਿੱਖ ਜਰਨੈਲ ਉਸ ਇਲਾਕੇ ਵਿੱਚ ਅਮਨ ਕਾਇਮ ਕਰ ਸਕੇ, ਤੇ ਜਦੋਂ ਅਮਨ ਕਾਇਮ ਹੋ ਜਾਂਦਾ ਸੀ ਜਾਂ ਹਾਲਾਤ ਸੌਖੇ ਹੋ ਜਾਂਦੇ ਸਨ ਤਾਂ ਇਹਨਾਂ ਥਾਵਾਂ ਤੇ ਫਿਰ ਹਿੰਦੂ ਅਹੁਦੇਦਾਰ ਅਤੇ ਅਫਸਰ ਲਾ ਦਿੱਤੇ ਜਾਂਦੇ ਸਨ। ਰਣਜੀਤ ਸਿੰਘ ਦੇ ਦਰਬਾਰ ਵਿੱਚ ਗੈਰ ਸਿੱਖਾਂ ਦਾ ਕਬਜ਼ਾ ਵੇਖ ਕੇ ਇੱਕ ਵਾਰ 1814 ਵਿੱਚ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਛੱਡ ਕੇ ਅਨੰਦਪੁਰ ਜਾ ਬੈਠਾ। 1837 ਵਿੱਚ ਜਰਨੈਲ ਹਰੀ ਸਿੰਘ ਨਲਵਾ ਨੇ ਰਣਜੀਤ ਸਿੰਘ ਨੂੰ ਕਿਹਾ ਕਿ ਉਸਨੇ ਇਹ ਰਾਜ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਹਾਸਿਲ ਕੀਤਾ ਹੈ ਤੇ ਉਹ ਵਸੀਅਤ ਕਰਕੇ ਇਸ ਨੂੰ ਸਿੱਖਾਂ ਦੀ ਕੌਂਸਲ ਦੇ ਹਵਾਲੇ ਕਰ ਦੇਣ ਬਾਰੇ ਹਦਾਇਤ ਕਰ ਜਾਵੇ। ਇਸ ਤੋਂ ਕੁਝ ਦਿਨ ਮਗਰੋਂ ਹੀ ਡੋਗਰਿਆਂ ਨੇ ਇੱਕ ਸਾਜ਼ਿਸ਼ ਬਣਾ ਕੇ ਹਰੀ ਸਿੰਘ ਨਲਵਾ ਨੂੰ ਮਰਵਾ ਦਿੱਤਾ। ਪਹਿਲਾਂ ਅਕਾਲੀ ਫੂਲਾ ਸਿੰਘ ਨੂੰ ਵੀ ਇੱਕ ਸਾਜ਼ਿਸ਼ ਰਚ ਕੇ ਡੋਗਰਿਆਂ ਨੇ ਹੀ ਮਰਵਾਇਆ ਸੀ। ਡੋਗਰਿਆਂ ਨੇ ਤਾਂ ਰਣਜੀਤ ਸਿੰਘ ਦਾ ਇੱਕ ਵੀ ਸੀਨੀਅਰ ਸਿੱਖ ਸਾਥੀ ਜ਼ਿੰਦਾ ਨਹੀਂ ਰਹਿਣ ਦਿੱਤਾ। ਰਣਜੀਤ ਸਿੰਘ ਤੇ ਅੰਗਰੇਜ਼। 1808 ਤੱਕ ਰਣਜੀਤ ਸਿੰਘ ਪੰਜਾਬ ਤੇ ਇਸ ਦੇ ਆਲੇ ਦੁਆਲੇ ਦਾ ਸਭ ਤੋਂ ਵੱਡਾ ਹਾਕਮ ਬਣ ਚੁੱਕਾ ਸੀ। ਏਸ਼ੀਆ ਦੀ ਤਵਾਰੀਖ ਵਿੱਚ ਇਸ ਖੇਤਰ ਵਿੱਚੋਂ ਸਿਰਫ ਦੋ ਰਾਜਿਆਂ ਦਾ ਜ਼ਿਕਰ ਆਉਂਦਾ ਹੈ, ਇੱਕ ਪੋਰਸ ਦਾ ਤੇ ਦੂਜਾ ਰਣਜੀਤ ਸਿੰਘ ਦਾ। ਬਸ ਫਰਕ ਇਹਨਾਂ ਸੀ ਕਿ ਪੋਰਸ ਇਹਨਾਂ ਛੋਟਾ ਰਾਜਾ ਹੋਣ ਦੇ ਬਾਵਜੂਦ ਸਿਕੰਦਰ ਵਰਗੀ ਵੱਡੀ ਤਾਕਤ ਨਾਲ ਲੜਿਆ ਸੀ, ਪਰ ਰਣਜੀਤ ਸਿੰਘ ਨੇ, ਇੰਨੀ ਵੱਡੀ ਸਲਤਨਤ ਹੋਣ ਦੇ ਬਾਵਜੂਦ, ਅੰਗਰੇਜ਼ਾਂ ਤੋਂ ਡਰ ਕੇ ਉਹਨਾਂ ਨਾਲ ਸਮਝੌਤਾ ਕਰ ਲਿਆ। 1805 ਵਿੱਚ ਜਦੋਂ ਜਸਵੰਤ ਰਾਓ ਹਾਲਕਰ ਪੰਜਾਬ ਪੁੱਜਾ ਤਾਂ ਅੰਗਰੇਜ਼ਾਂ ਦੇ ਖਿਲਾਫ ਉਸਨੇ ਉਸ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। 1820 ਵਿੱਚ ਨਾਗਪੁਰ ਦਾ ਰਾਜਾ ਅੱਪਾ ਸਾਹਿਬ ਅੰਗਰੇਜ਼ਾਂ ਤੋਂ ਹਾਰ ਕੇ ਰਣਜੀਤ ਸਿੰਘ ਕੋਲ ਪੁੱਜਾ। ਉਸ ਕੋਲ ਬਹੁਤ ਸਾਰੀ ਦੌਲਤ ਵੀ ਸੀ, ਪਰ ਰਣਜੀਤ ਸਿੰਘ ਨੇ ਉਸ ਦੀ ਮਦਦ ਕਰਨ ਤੋਂ ਨਾ ਕਰ ਦਿੱਤੀ ਤੇ ਆਪਣੇ ਇਲਾਕੇ ਵਿੱਚੋਂ ਨਿਕਲ ਜਾਣ ਵਾਸਤੇ ਕਿਹਾ। ਇਸ ਤੇ ਅੱਪਾ ਸਾਹਿਬ ਕਾਂਗੜੇ ਚਲਾ ਗਿਆ। ਉਂਝ 1809 ਵਿੱਚ ਜੇ ਰਣਜੀਤ ਸਿੰਘ ਵਰਗਾ ਆਗੂ ਅੰਗਰੇਜ਼ਾਂ ਨਾਲ ਟੱਕਰ ਲੈ ਲੈਂਦਾ ਤਾਂ ਉਹ ਅੰਗਰੇਜ਼ਾਂ ਨੂੰ ਯਕੀਨਨ ਹਰਾ ਦਿੰਦਾ। 1845 ਤੋਂ 46 ਅਤੇ 1848 ਤੋਂ 49 ਦੀਆਂ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਲੜਾਈਆਂ ਤੋਂ ਇਹ ਨਤੀਜਾ ਸਾਫ਼-ਸਾਫ਼ ਕੱਢਿਆ ਜਾ ਸਕਦਾ ਹੈ ਕਿ ਸਿੱਖ ਕੌਮ ਆਗੂਹੀਨ ਤੇ ਗਦਾਰੀ ਦੇ ਬਾਵਜੂਦ ਕੋਈ ਆਸਾਨੀ ਨਾਲ ਨਹੀਂ ਹਾਰੇ, ਬਲਕਿ ਹਮੇਸ਼ਾ ਜਿੱਤਦੇ ਹਾਰੇ ਸਨ। ਇੱਕ ਪਰ ਅਗਰ ਮਗਰ ਦਾ ਮਤਲਬ ਤਾਂ ਅਕਾਲ ਪੁਰਖ ਹੀ ਜਾਣਦਾ ਹੈ। ਇੱਕ ਅਸਲ ਵਿੱਚ ਜਾਣ ਜਾਂ ਠਹਿਰ ਜਾਣ, ਨੌ ਮੌ ਦੀ ਉਸ ਦੀ ਯੋਗਤਾ, ਉਸ ਦੇ ਚਰਿੱਤਰ ਦੇ ਮਹਾਨ ਗੁਣਾਂ ਵਿੱਚੋਂ ਇੱਕ ਸੀ, ਜਿਸ ਨੇ ਉਸ ਨੂੰ ਨੈਪੋਲੀਅਨ ਵਰਗੇ ਮਹਾਨ ਸੈਨਿਕ ਆਗੂਆਂ ਤੋਂ ਵੱਖ ਕੀਤਾ। ਨਹੀਂ ਤਾਂ ਕੀ ਪਤਾ ਉਸ ਦਾ ਵੀ ਨੈਪੋਲੀਅਨ ਵਰਗਾ ਹਾਲ ਹੁੰਦਾ। ਇੱਕ ਅੰਗਰੇਜ਼ਾਂ ਨਾਲ ਉਸਨੇ ਪੰਗਾ ਨਹੀਂ ਲਿਆ, ਇੱਕ ਉਹ ਉੱਤਰ ਵਿੱਚ ਹੋਰ ਅੱਗੇ ਤੱਕ ਵੱਧ ਸਕਦਾ ਸੀ, ਪਰ ਉਸਨੇ ਆਪਣੀਆਂ ਮਜਬੂਰੀਆਂ ਨੂੰ ਸਮਝਣ ਦੀ ਸਿਆਣਪ ਵਰਤੀ, ਜਿਸ ਕਰਕੇ ਉਸਨੇ ਕਾਬੁਲ ਨੂੰ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਲੱਦਾਖ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਜੋ ਚੀਨੀ ਸਾਮਰਾਜ ਨਾਲ ਟੱਕਰ ਨਾ ਲੈਣੀ ਪਵੇ।
ਸ਼ੇਰੇ ਪੰਜਾਬ। ਮਹਾਰਾਜਾ ਰਣਜੀਤ ਸਿੰਘ ਚਾਹੇ ਖੁਦ ਪੜ੍ਹੇ ਲਿਖੇ ਨਹੀਂ ਸੀ, ਪਰ ਆਪਣੀ ਖਲਕਤ ਨੂੰ ਲਿਖਣ ਪੜ੍ਹਨ ਦੇ ਯੋਗ ਬਣਾਉਣ ਲਈ ਅਨੇਕਾਂ ਮਦਰਸੇ ਤੇ ਪਾਠਸ਼ਾਲਾਵਾਂ ਖੋਲ੍ਹੀਆਂ। ਇੱਕ ਉਸਨੇ ਆਪਣੇ ਸਰਦਾਰਾਂ ਤੇ ਅਹਿਲਕਾਰਾਂ ਦੇ ਬੱਚਿਆਂ ਨੂੰ ਆਪਣੇ ਖਰਚੇ ਤੇ ਅੰਗਰੇਜ਼ੀ ਤੇ ਫਰਾਂਸੀਸੀ ਪੜ੍ਹਾਈ ਲਈ ਲੁਧਿਆਣੇ ਭੇਜਿਆ। ਇੱਕ ਡਾਕਟਰ ਲੇਟੀਨਰ ਦੀ ਪੁਸਤਕ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਵਿੱਚ ਤਕਰੀਬਨ 4000 ਸਕੂਲ ਸਨ, ਜਿਨ੍ਹਾਂ ਵਿੱਚ ਬਹੁਤ ਵੱਡੀ ਗਿਣਤੀ ਦੇ ਵਿਦਿਆਰਥੀਆਂ ਨੂੰ ਗੁਰਮੁਖੀ, ਅਰਬੀ, ਫਾਰਸੀ, ਸੰਸਕ੍ਰਿਤ ਤੇ ਮਹਾਜਨੀ ਪੜ੍ਹਾਈ ਜਾਂਦੀ। ਇੱਕ ਮੁਹੰਮਦ ਲਤੀਫ ਦੇ ਅਨੁਸਾਰ ਜੋ ਵਿਅਕਤੀ ਪੜ੍ਹ ਕੇ ਨਿਕਲਦਾ ਉਹਨਾਂ ਨੂੰ ਮਹਾਰਾਜਾ ਆਪਣੇ ਫਰਾਂਸੀਸੀ, ਇਟਾਲੀਅਨ ਤੇ ਅੰਗਰੇਜ਼ ਡਾਕਟਰਾਂ ਤੇ ਹੋਰ ਅਫਸਰਾਂ ਦੀ ਨਿਗਰਾਨੀ ਹੇਠ ਸਰਜਰੀ, ਇੰਜੀਨੀਅਰਿੰਗ, ਅਸਲਾ ਤੇ ਬਾਰੂਦਬਾਜ਼ੀ ਆਦਿ ਦਾ ਕੰਮ ਸਿੱਖਣ ਤੇ ਲਗਾ ਦਿੰਦੇ। ਇੱਕ ਉਲਥਾਕਾਰਾਂ ਤੇ ਲੇਖਕਾਂ ਤੋਂ ਡਾਕਟਰੀ ਤੇ ਸਰਜਰੀ ਦੀਆਂ ਅੰਗਰੇਜ਼ੀ ਤੇ ਫਰਾਂਸੀਸੀ ਪੁਸਤਕਾਂ ਦਾ ਉਲਥਾ ਵੀ ਕਰਵਾਉਂਦੇ ਤੇ ਖੁਸ਼ ਹੋ ਕੇ ਇਨਾਮ ਵੀ ਦਿੰਦੇ। ਇਹਨਾਂ ਦੇ ਜ਼ਮਾਨੇ ਦਾ ਕੋਰਟ ਮਾਰਸ਼ਲ ਕਾਨੂੰਨ ਦਾ ਉਲਥਾ ਬਹੁਤ ਪ੍ਰਸਿੱਧ ਹੈ। ਇੱਕ ਸਰਦਾਰ ਲਹਿਣਾ ਸਿੰਘ ਮਜੀਠੀਆ, ਜਿਸ ਨੂੰ ਗਣਿਤ ਅਤੇ ਇੰਜੀਨੀਅਰਿੰਗ ਦੇ ਵਿਸ਼ਿਆਂ ਤੇ ਕਮਾਲ ਦੀ ਮੁਹਾਰਤ ਹਾਸਲ ਸੀ, ਸੂਰਜ ਅਤੇ ਚੰਦ ਦਾ ਸਮਾਂ, ਘੜੀਆਂ, ਪਹਿਰਾਂ ਅਤੇ ਪਲਾਂ ਦੱਸਣ ਵਾਲੀ ਇੱਕ ਘੜੀ ਇਜਾਦ ਕੀਤੀ। ਇੱਕ ਉਸ ਤੋਂ ਬਾਅਦ 3 ਨਾਲੀਆਂ ਵਾਲੀ ਰਾਈਫਲ ਤੇ ਦੂਰ ਤੱਕ ਮਾਰ ਕਰਨ ਵਾਲੀਆਂ ਤੋਪਾਂ ਤੇ ਸ਼ਾਰਪ ਨੇਲ ਫਟਣ ਵਾਲੇ ਗੋਲੇ ਵੀ ਤਿਆਰ ਕੀਤੇ। ਇੱਕ ਉਸ ਦੀ ਇਸ ਦੂਰਅੰਦੇਸ਼ੀ ਸੋਚ ਸਦਕਾ ਫਕੀਰ ਅਜ਼ੀਜ਼ੁਦੀਨ ਦੇ ਖਾਨਦਾਨ ਦੇ ਵਡਕਿਆਂ ਨੇ ਵੀ ਇਸ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਉਹਨਾਂ ਨੇ ਹੀ ਲੋਕਾਂ ਨੂੰ ਅੱਖਰੀ ਗਿਆਨ ਦੇਣ ਲਈ ਇੱਕ ਕਾਇਦਾ ਨੂਰ ਲਿਖਿਆ ਸੀ, ਜੋ ਕਿ 3 ਮਹੀਨੇ ਵਿੱਚ ਪੜ੍ਹਾਇਆ ਜਾਂਦਾ ਸੀ, ਜਿਸ ਵਿੱਚ ਜਮ੍ਹਾਂ ਖਰਚ, ਤਕਸੀਮ ਤੇ ਹਿਸਾਬ ਕਿਤਾਬ ਪ੍ਰਤੀ ਸਿੱਖਿਅਤ ਕਰਨ ਦੇ ਨਾਲ-ਨਾਲ ਫਾਰਸੀ ਤੇ ਪੰਜਾਬੀ ਵੀ ਪੜ੍ਹਾਈ ਜਾਂਦੀ ਸੀ। ਉਸੇ ਕਾਇਦਾ ਨੂਰ ਕਾਇਦੇ ਦੀਆਂ 5000 ਪਿੰਡਾਂ ਵਿੱਚ 5000 ਨੰਬਰਦਾਰਾਂ ਨੂੰ ਕਾਪੀਆਂ ਤਿਆਰ ਕਰਕੇ ਭੇਜੀਆਂ ਗਈਆਂ। ਹਕੂਮਤ ਦੇ ਹੁਕਮਾਂ ਮੁਤਾਬਕ ਉਹਨਾਂ ਨੰਬਰਦਾਰਾਂ ਨੂੰ 5 ਤੋਂ 5 ਕਾਪੀਆਂ ਹੋਰ ਤਿਆਰ ਕਰਕੇ ਹੋਰਨਾਂ ਪਿੰਡਾਂ ਵਿੱਚ ਖਲਕਤ ਨੂੰ ਪੜ੍ਹਾਏ ਜਾਣ ਲਈ ਭੇਜਣ ਦੀ ਤਾਕੀਦ ਕੀਤੀ ਗਈ। ਸ਼ੇਰ ਏ ਪੰਜਾਬ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਪਵਿੱਤਰ ਕੁਰਾਨ ਮਜੀਦ ਦਾ ਤਰਜਮਾ ਸਿਰਫ ਫਾਰਸੀ ਵਿੱਚ ਹੀ ਹੁੰਦਾ ਸੀ, ਕਿਉਂਕਿ ਮੁਸਲਮਾਨ ਫਾਰਸੀ ਹੀ ਪੜ੍ਹਦੇ ਤੇ ਬੋਲ ਸਕਦੇ ਸਨ। ਸ਼ੇਰ ਏ ਪੰਜਾਬ ਦੀ ਹਕੂਮਤ 'ਚ ਪਵਿੱਤਰ ਕੁਰਾਨ ਦਾ ਤਰਜਮਾ ਸ਼ਾਹਮੁਖੀ, ਉਰਦੂ ਤੇ ਗੁਰਮੁਖੀ ਵਿੱਚ ਹੋਇਆ ਸੀ। ਇੱਕ ਅੰਗਰੇਜ਼ ਡਾਕਟਰ ਲੋਗਨ ਵੱਲੋਂ ਤਿਆਰ ਕਰਵਾਈ ਰਿਪੋਰਟ ਮੁਤਾਬਕ ਲਾਹੌਰ 'ਚ ਉਸ ਸਮੇਂ 87% ਲੋਕ ਪੜ੍ਹ ਲਿਖ ਸਕਦੇ ਸਨ। ਉਸ ਵਕਤ ਲਾਹੌਰ ਦੇ ਬਾਸ਼ਿੰਦੇ 5 ਭਾਸ਼ਾਵਾਂ ਬੋਲ ਤੇ ਸਮਝ ਸਕਦੇ ਸਨ, ਜਿਨ੍ਹਾਂ 'ਚ ਫਾਰਸੀ, ਅਰਬੀ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸ਼ਾਮਿਲ ਸਨ। ਉਸ ਵਕਤ ਬਾਹਰੋਂ ਲੋਕ ਆ ਕੇ ਲਾਹੌਰ ਵਿੱਚ ਨੌਕਰੀ ਪੇਸ਼ਾ ਕਰਨ ਨੂੰ ਤਰਜੀਹ ਦਿੰਦੇ ਸਨ। ਇੱਕ ਅਰਮੀਨੀਆ ਦਾ ਹਕੀਮ ਇੱਥੇ 35 ਸਾਲ ਰਿਹਾ, ਜਿਸ ਵੱਲੋਂ ਲਾਹੌਰ ਮੇਂ 35 ਸਾਲ ਲਿਖੀ ਕਿਤਾਬ ਅਜੇ ਵੀ ਲਾਹੌਰ 'ਚ ਮਿਲਦੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਤੀਬਰ ਇੱਛਾ ਸੀ ਕਿ ਸਿੱਖ ਕੌਮ ਨੂੰ ਇੱਕੋ ਝੰਡੇ ਥੱਲੇ ਇਕੱਠਾ ਕਰਕੇ ਇੱਕ ਤਕੜੇ ਸਿੱਖ ਰਾਜ ਦੀ ਸਥਾਪਨਾ ਕੀਤੀ ਜਾਵੇ, ਜਿਸ ਦੀ ਹੱਦ ਜਮਨਾ ਦਰਿਆ ਹੋਵੇ। ਇਹ ਉਸ ਦੀ ਇੱਛਾ ਉਚਿਤ ਸੀ ਤੇ ਪੂਰੀ ਵੀ ਹੁੰਦੀ ਜੇਕਰ ਇਹ ਰਿਆਸਤਾਂ ਲਾਹੌਰ ਦਰਬਾਰ ਪ੍ਰਤੀ ਵਫਾਦਾਰ ਹੁੰਦੀਆਂ। ਇੱਕ ਫੁਲਕੀਆਂ ਰਿਆਸਤਾਂ ਨੇ, ਜਿਨ੍ਹਾਂ ਵਿੱਚ ਪਟਿਆਲਾ, ਨਾਭਾ ਤੇ ਜੀਂਦ ਸ਼ਾਮਲ ਸਨ। ਖਾਲਸਾ ਪੰਥ ਤੇ ਸਿੱਖ ਮਿਸਲਾਂ ਦੀ ਜਦੋ ਜਹਿਦ ਵਿੱਚ ਕਦੀ ਕੋਈ ਹਿੱਸਾ ਨਹੀਂ ਲਿਆ। ਇੱਕ ਜਿੱਥੇ ਮਾਝੇ ਦੇ ਸਿੱਖਾਂ ਅਤੇ ਮਿਸਲਾਂ ਨੇ ਦੁਰਾਨੀਆਂ ਅਤੇ ਮੁਗਲ ਹਾਕਮਾਂ ਨਾਲ ਕੌਮ ਦੀ ਖਾਤਰ ਖੂਨੀ ਟੱਕਰਾਂ ਲਈਆਂ, ਉੱਥੇ ਇਨ੍ਹਾਂ ਫੁਲਕੀ ਰਿਆਸਤਾਂ ਨੇ ਦੁਰਾਨੀ ਤੇ ਮੁਗਲ ਹਕੂਮਤ ਪ੍ਰਵਾਨ ਕੀਤੀ ਰੱਖੀ ਤੇ ਲੋੜ ਵੇਲੇ ਉਹਨਾਂ ਦੀ ਸਹਾਇਤਾ ਵੀ ਕੀਤੀ। ਇੱਕ ਉਹ ਹਮੇਸ਼ਾ ਆਪਣੇ ਰਾਜ ਭਾਗ ਨੂੰ ਬਚਾਉਣ ਵਾਸਤੇ ਕਦੇ ਮੁਗਲ ਹਾਕਮਾਂ ਅਤੇ ਕਦੇ ਵਿਦੇਸ਼ੀ ਹਮਲਾਵਰਾਂ ਤੋਂ ਸ਼ਾਬਾਸ਼ੀਆਂ ਲੈਣ ਵਿੱਚ ਲੱਗੇ ਰਹੇ। ਇੱਕ 1767 ਵਿੱਚ ਫੁਲਕੀਆ ਸਰਦਾਰ ਅਮਰ ਸਿੰਘ ਨੇ ਅਹਿਮਦ ਸ਼ਾਹ ਦੁਰਾਨੀ ਨੂੰ ਖੁਸ਼ ਕਰਕੇ ਰਾਜਾ ਰਾਜਗਣ ਦੀ ਉਪਾਧੀ ਹਾਸਲ ਕੀਤੀ। ਉਹ ਆਪਣੇ ਆਪ ਨੂੰ ਅਮਰ ਸਿੰਘ ਬਾਮਜ਼ਈ ਮਤਲਬ ਅਬਦਾਲੀ ਦੇ ਖਾਨਦਾਨ ਵਿੱਚੋਂ ਬੜੇ ਫਖਰ ਨਾਲ ਅਖਵਾਉਂਦਾ ਸੀ, ਪਰ ਮੌਕੇ ਦੀ ਨਜ਼ਾਕਤ ਦੇਖ ਕੇ ਇਨ੍ਹਾਂ ਮੌਕਾ ਪ੍ਰਸਤ ਰਜਵਾੜਿਆਂ ਨੇ ਅੰਮ੍ਰਿਤ ਪਾਨ ਵੀ ਕੀਤੇ। ਇੱਕ ਵਾਰੀ ਨਹੀਂ 4 ਵਾਰੀ। ਇੱਕ ਬਾਬਾ ਆਲਾ ਸਿੰਘ ਤੇ ਇੱਕ ਕਿਸਮ ਨਾਲ ਖੰਡੇ ਦੀ ਪਾਹੁਲ ਦਾ ਆਪਣੇ ਰਾਜਨੀਤਿਕ ਫਾਇਦਿਆਂ ਲਈ ਖਿਲਵਾੜ ਵੀ ਕਰਦਾ ਰਿਹਾ। ਇੱਕ ਪਟਿਆਲੇ ਤੋਂ ਬਾਅਦ ਸ਼ਾਹਬਾਦ, ਸ਼ਾਹਪੁਰ, ਅੰਬਾਲਾ ਆਪਣੇ ਅਧੀਨ ਕਰ ਲਏ। ਕੈਥਲ, ਮਨਾਲੀ, ਮਨੀਮਾਜਰਾ, ਰੋਪੜ ਤੋਂ ਕਰ ਵਸੂਲੀ ਕੀਤੀ। ਇੱਕ ਨਾਹਨ ਦੇ ਹਾਕਮ ਨਾਲ ਸਰਦਾਰ ਨਾਲ ਤਕੜਾ ਮੁਕਾਬਲਾ ਹੋਣ ਤੋਂ ਬਾਅਦ ਨਾਰਾਇਣਗੜ੍ਹ ਦਾ ਕਿਲਾ ਜਿੱਤ ਲਿਆ ਤੇ ਜਿੱਤ ਕੇ ਇਸ ਨੂੰ ਫਤਿਹ ਸਿੰਘ ਅਹਲੂਵਾਲੀਆ ਦੇ ਸਪੁਰਦ ਕਰ ਦਿੱਤਾ। ਇੱਕ ਮਹਾਰਾਜੇ ਦੀ ਇਸ ਮੁਹਿੰਮ ਨੇ ਮਾਲਵੇ ਦੇ ਸਰਦਾਰਾਂ ਵਿੱਚ ਬੜੀ ਘਬਰਾਹਟ ਪੈਦਾ ਕਰ ਦਿੱਤੀ। ਇੱਕ ਮਹਾਰਾਜਾ ਨੇ ਅਜੇ ਇਹ ਇਲਾਕੇ ਪੂਰੀ ਤਰ੍ਹਾਂ ਆਪਣੇ ਅਧੀਨ ਨਹੀਂ ਸੀ ਕੀਤੇ, ਜਿਸ ਦਾ ਫਾਇਦਾ ਉਠਾ ਕੇ ਮਾਲਵੇ ਦੇ ਸਰਦਾਰਾਂ ਨੇ ਅੰਗਰੇਜ਼ਾਂ ਦੀ ਮਦਦ ਲੈਣ ਦੀ ਯੋਜਨਾ ਬਣਾਈ। ਇੱਕ ਪਟਿਆਲੇ ਵੱਲੋਂ ਦੀਵਾਨ ਚੈਨ ਸਿੰਘ, ਕੈਥਲ ਦਾ ਹਾਕਮ ਲਾਲ ਸਿੰਘ ਤੇ ਜੀਂਦ ਦਾ ਰਾਜਾ ਭਾਗ ਸਿੰਘ ਈਸਟ ਇੰਡੀਆ ਕੰਪਨੀ ਦੇ ਰੈਸੀਡੈਂਟ ਨੂੰ ਮਿਲੇ। ਇੱਕ ਜਦ ਰਣਜੀਤ ਸਿੰਘ ਨੂੰ ਪਤਾ ਚੱਲਿਆ ਤਾਂ ਉਸਨੇ ਮਾਲਵੇ ਦੇ ਸਰਦਾਰਾਂ ਨੂੰ ਭਰੋਸੇ ਵਿੱਚ ਲੈਣ
ਦੀ ਕੋਸ਼ਿਸ਼ ਕੀਤੀ। ਇੱਕ ਵਕਤ ਦੀ ਨਜ਼ਾਕਤ ਦੇਖ ਕੇ ਪਟਿਆਲਾ ਦਾ ਰਾਜਾ ਸਾਹਿਬ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪਗਪਟ ਭਰਾਵੀ ਬਣਿਆ। ਮਾਲਵੇ ਦੇ ਹੋਰ ਸਰਦਾਰਾਂ ਨੇ ਮਹਾਰਾਜੇ ਦੀ ਅਧੀਨਗੀ ਵੀ ਕਬੂਲ ਕਰ ਲਈ, ਪਰ ਅੰਦਰ ਖਾਨੇ ਉਹ ਸਾਰੇ ਦੇ ਸਾਰੇ ਅੰਗਰੇਜ਼ਾਂ ਦਾ ਰਾਹ ਬੜੀ ਬੇਸਬਰੀ ਨਾਲ ਵੇਖਣ ਲੱਗੇ ਜੋ ਉਸ ਵੇਲੇ ਰਾਜਪੂਤਾਨੇ ਦੀ ਮੁਹਿੰਮ ਵਿੱਚ ਰੁੱਝੇ ਹੋਏ ਸਨ। ਇੱਕ ਰਣਜੀਤ ਸਿੰਘ ਨੇ ਸਿਰਫ ਇਲਾਕੇ ਹੀ ਨਹੀਂ ਜਿੱਤੇ, ਲੋਕਾਂ ਦੇ ਦਿਲ ਵੀ ਜਿੱਤੇ ਸੀ। ਇੱਕ ਉਹ ਬਹੁਤ ਹੀ ਉਦਾਰ ਚਿੱਤ ਸੀ। ਇੱਕ ਜਿਹੜੇ ਇਲਾਕੇ ਉਹਨਾਂ ਨੇ ਜਿੱਤੇ ਉੱਥੋਂ ਦੇ ਹਾਕਮ ਨੂੰ ਧੱਕਾ ਮਾਰ ਕੇ ਕੱਢਿਆ ਨਹੀਂ, ਸਗੋਂ ਜਗੀਰਾਂ ਦੇ ਕੇ ਉਹਨਾਂ ਨੂੰ ਆਪਣੇ ਨਿਰਭਾ ਵੱਲੋਂ ਸਦਾ ਤੋਂ ਨਿਸ਼ਚਿਤ ਕਰ ਦਿੱਤਾ। ਇੱਕ ਇਸ ਗੱਲ ਦੀ ਪੁਸ਼ਟੀ ਲਾਵਰੇਨਸ ਆਪਣੀ ਲਿਖਤ ਵਿੱਚ ਇਉਂ ਕਰਦਾ ਹੈ। ਦਿੱਲੀ ਤੇ ਕਾਬੁਲ ਦੇ ਬਾਜ਼ਾਰਾਂ ਵਿੱਚ ਆਪ ਕਈ ਸ਼ਾਹੀ ਘਰਾਣੇ ਦੇ ਲੋਕਾਂ ਨੂੰ ਦਰਵਾਜ਼ੇ ਭਿੱਖ ਮੰਗਦੇ ਦੇਖੋਗੇ, ਪਰ ਪੰਜਾਬ ਵਿੱਚ ਤੁਹਾਨੂੰ ਅਜਿਹਾ ਕੋਈ ਘਰਾਣਾ ਜਾਂ ਖਾਨਦਾਨ ਨਹੀਂ ਮਿਲੇਗਾ ਜਿਸ ਦਾ ਇਲਾਕਾ ਰਣਜੀਤ ਸਿੰਘ ਨੇ ਫਤਿਹ ਕਰਕੇ ਆਪਣੇ ਰਾਜ ਨਾਲ ਮਿਲਾ ਲਿਆ ਹੋਵੇ ਅਤੇ ਉਸ ਨੂੰ ਚੋਖੀ ਜਗੀਰ ਜਾਂ ਪੈਨਸ਼ਨ ਆਪਣੇ ਨਿਰਬਾਹ ਲਈ ਨਾ ਦਿੱਤੀ ਹੋਵੇ। ਇੱਕ ਸ਼ੇਰ, ਇਹ ਪੰਜਾਬ ਦਾ ਇਹ ਵਰਤਾਵ ਕੇਵਲ ਸਿੱਖਾਂ ਨਾਲ ਹੀ ਨਹੀਂ ਸਗੋਂ ਮੁਸਲਮਾਨਾਂ ਨਾਲ ਵੀ ਸੀ। ਇੱਕ ਕਸੂਰ ਦੇ ਨਵਾਬ ਨੇ 2 ਵਾਰ ਸੰਧੀ ਕਰਕੇ ਤੋੜੀ, ਪਰ ਜਦ ਕੁਤੁਬੁੱਦੀਨ ਕੈਦੀ ਬਣ ਕੇ ਆਇਆ ਤਾਂ ਮਹਾਰਾਜਾ ਨੇ ਉਸ ਨਾਲ ਮਿੱਤਰਾਂ ਵਾਲਾ ਸਲੂਕ ਕੀਤਾ। ਇੱਕ ਮਮਦੂੜ ਦੇ ਕਈ ਪਿੰਡਾਂ ਦਾ ਪਟਾ ਕੁਤਬੁੱਦੀਨ ਤੇ ਉਸ ਦੀ ਸੰਤਾਨ ਦੇ ਨਾਮ ਤੇ ਦਿੱਤਾ ਗਿਆ। ਇੱਕ ਇਹੋ ਸਲੂਕ ਨਵਾਬ ਮੁਜ਼ੱਫਰ ਖਾਨ ਮੁਲਤਾਨੀ ਤੇ ਸੁਲਤਾਨ ਮੁਹੰਮਦ ਖਾਨ ਬਰਕਜ਼ਈ ਨਾਲ ਕੀਤਾ। ਇੱਕ ਮੁਜ਼ੱਫਰ ਖਾਨ ਦੀ ਮੌਤ ਪਿੱਛੋਂ ਉਸ ਦੇ ਵਾਰਸਾਂ ਨੂੰ ਜ਼ਿਲ੍ਹਾ ਸ਼ੇਖੂਪੁਰ ਦੀ ਜਗੀਰ ਦਿੱਤੀ ਗਈ। ਇੱਕ ਹੋਰ ਵੀ ਜਿੱਥੋਂ ਸਿੱਖ ਸਰਦਾਰਾਂ ਤੇ ਮੁਗਲ ਹਾਕਮਾਂ ਕੋਲੋਂ ਕੋਈ ਇਲਾਕਾ ਲਿਆ ਗਿਆ, ਸਭ ਨੂੰ ਜਗੀਰਾਂ ਵੰਡੀਆਂ। ਇੱਕ ਹਿੰਦੂ ਮੁਸਲਮਾਨ ਵਿੱਚ ਵਿਤਕਰਾ ਬਿਲਕੁਲ ਨਹੀਂ ਸੀ। ਇੱਕ ਉਹ ਹਰ ਚੰਗੇ ਯੋਗ ਤੇ ਦੇਸ਼ ਦੇ ਵਫਾਦਾਰ ਮਨੁੱਖ ਦੀ ਕਦਰ ਕਰਦਾ ਸੀ। ਲਾਹੌਰ ਜਿੱਤਣ ਪਿੱਛੋਂ ਸ਼ਹਿਰ ਦਾ ਕੋਤਵਾਲ ਕਿਸੇ ਸਿੱਖ ਨੂੰ ਨਹੀਂ ਬਲਕਿ ਮੁਸਲਮਾਨ ਸੈਯਦ ਨੂੰ ਬਣਾਇਆ। ਇੱਕ ਕਾਜ਼ੀ ਅਬਦੁਲ ਰਹਿਮਾਨ ਸ਼ੇਰ, ਇਹ ਪੰਜਾਬ ਦਾ ਇਤਬਾਰੀ ਨਿਕਟਵਰਤੀ ਸੀ ਜਿਸ ਨੂੰ ਲਾਹੌਰ ਤੇ ਕਬਜ਼ਾ ਕਰਨ ਤੋਂ ਪਹਿਲਾਂ ਸ਼ਹਿਰੀ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਲਈ ਭੇਜਿਆ ਸੀ। ਇੱਕ ਰਣਜੀਤ ਸਿੰਘ ਦੇ ਪਿਤਾ ਦੀ ਮੌਤ ਤੋਂ ਬਾਅਦ ਨਿੱਕੇ ਹੁੰਦਿਆਂ ਹੀ ਉਸ ਤੇ ਇਤਨੀਆਂ ਜ਼ਿੰਮੇਦਾਰੀਆਂ ਆ ਗਈਆਂ ਸਨ ਕਿ ਬਹੁਤਾ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਪਰ ਆਪ ਦੇ ਅੰਦਰ ਵਿਦਵਾਨਾਂ ਲਈ ਸਤਿਕਾਰ ਤੇ ਕਿਤਾਬਾਂ ਲਈ ਅਥਾਹ ਪਿਆਰ ਸੀ। ਇੱਕ ਸਨ 1834 ਵਿੱਚ ਜਦੋਂ ਪਿਸ਼ਾਵਰ ਤੇ ਚੜ੍ਹਾਈ ਕੀਤੀ ਗਈ ਤਾਂ ਹਰੀ ਸਿੰਘ ਨਲੂਵੇ ਨੂੰ ਖਾਸ ਫੁਰਮਾਨ ਭੇਜਿਆ ਗਿਆ, ਜਿਸ ਵਿੱਚ ਲਿਖਿਆ ਸੀ, ਚਮਕਨੀ ਦੇ ਅੱਖੂ ਨਜਾਦਿਆਂ ਪਾਸ ਇੱਕ ਪੁਰਾਣਾ ਪੁਸਤਕਾਲਿਆ ਸੁਣੀਦਾ ਹੈ। ਜੰਗ ਵੇਲੇ ਕਿਸੇ ਗੱਲ ਦਾ ਧੁਰ ਸਿਰ ਨਹੀਂ ਰਹਿੰਦਾ, ਪਰ ਤੁਸਾਂ ਖਾਸ ਖਿਆਲ ਰੱਖਣਾ ਹੈ ਕਿ ਇਹ ਪੁਸਤਕਾਲਿਆ ਬਰਬਾਦ ਹੋਣ ਤੋਂ ਬਚਾ ਲਿਆ ਜਾਵੇ। ਇੱਕ ਵਾਰੀ ਮਹਾਰਾਜਾ ਆਪਣੇ ਸਾਥੀਆਂ ਨਾਲ ਸੈਰ ਕਰਨ ਜਾ ਰਹੇ ਸੀ। ਅਚਾਨਕ ਇੱਕ ਜਗ੍ਹਾ ਤੇ ਕਿਸੇ ਦੀ ਰੋਣ ਦੀ ਆਵਾਜ਼ ਆਈ। ਇੱਕ ਦੇਖਿਆ ਗਿਆ ਕਿ ਰੋਣ ਵਾਲਾ ਕੌਣ ਹੈ। ਇੱਕ ਜਾ ਕੇ ਕਾਰਨ ਪੁੱਛਿਆ ਤਾਂ ਉਸਨੇ ਕਿਹਾ, ਮੈਂ ਸਾਰੀ ਜ਼ਿੰਦਗੀ ਮਿਹਨਤ ਕਰ ਕਰ ਇੱਕ ਕੁਰਾਨ ਲਿਖਿਆ ਹੈ, ਮੈਨੂੰ ਕਿਸੇ ਨੇ ਇਸ ਦਾ ਮੁੱਲ ਨਹੀਂ ਦਿੱਤਾ। ਅਗਰ ਪੰਜਾਬ ਦਾ ਬਾਦਸ਼ਾਹ ਮੁਸਲਮਾਨ ਹੁੰਦਾ ਤਾਂ ਮੈਂ ਉਸ ਨੂੰ ਦਿੰਦਾ, ਕਿਉਂਕਿ ਇਸ ਦਾ ਮੁੱਲ ਕੋਈ ਮੁਸਲਮਾਨ ਬਾਦਸ਼ਾਹ ਹੀ ਪਾ ਸਕਦਾ ਹੈ। ਰਣਜੀਤ ਸਿੰਘ ਨੇ ਕੁਰਾਨ ਮੰਗਵਾਇਆ ਤੇ ਸਿਰ ਨਿਵਾ ਕੇ ਬੜੇ ਅਕੀਦੇ ਨਾਲ ਮੋਹਰਾਂ ਦੀ ਥੈਲੀ ਦੇ ਕੇ ਖਰੀਦ ਲਿਆ। ਇਸ ਮਹਾਨ ਕਾਰਜਾਂ ਦੀ ਸਫਲਤਾ ਵਿੱਚ ਜਿਸਨੇ ਸਭ ਤੋਂ ਵੱਧ ਸਹਾਇਤਾ ਕੀਤੀ ਤੇ ਕਾਲਾਂ ਕਾਲੀਆਂ ਉਹ ਸਰਦਾਰਨੀ ਸਦਾ ਕੌਰ ਸੀ, ਜਿਸਨੇ ਆਪਣੀ ਬੀਰਤਾ ਤੇ ਸਿਆਣਪ ਦੇ ਕਾਰਨਾਮਿਆਂ ਨਾਲ ਇਸਤਰੀ ਜਾਤੀ ਦਾ ਸਿਰ ਉੱਚਾ ਕਰ ਦਿੱਤਾ। ਇੱਕ ਇਸਨੇ ਮਹਾਰਾਜਾ ਸਾਹਿਬ ਨੂੰ ਸਿਖਰ ਤੇ ਪਹੁੰਚਾਉਣ ਲਈ ਸੀੜੀ ਦਾ ਕੰਮ ਦਿੱਤਾ ਸੀ। ਇੱਕ ਆਪਣੀ ਫੌਜ, ਆਪਣਾ ਖਜ਼ਾਨਾ, ਆਪਣੀ ਸਿਆਣਪ ਤੇ ਬਲ ਸਭ ਕੁਝ ਸ਼ੇਰ ਇਹ ਪੰਜਾਬ ਅੱਗੇ ਰੱਖ ਦਿੱਤਾ ਤੇ ਆਪ ਜੀ ਦਾ ਰਾਜਸੀ ਜੀਵਨ ਐਸੇ ਸੰਚੇ ਵਿੱਚ ਢਾਲ ਦਿੱਤਾ ਕਿ ਲੋਕ ਵਾਹ ਵਾਹ ਕਰ ਉਠੇ। ਇਸ ਦੇ ਰਾਜ ਵਿੱਚ ਪੰਜਾਬ ਦੇ ਸਾਰੇ ਸਿੱਖ, ਅਨੇਕ ਹਿੰਦੂ ਤੇ ਮੁਸਲਮਾਨ ਮੁੜ ਕੇ ਇੱਕ ਸੱਚੇ ਸੰਤ ਸਿਪਾਹੀ ਬਣ ਗਏ। ਥਾਂ ਥਾਂ ਤੇ ਸ਼ਸਤਰ ਵਿਦਿਆ ਦਾ ਅਭਿਆਸ ਹੁੰਦਾ, ਸਰੀਰ ਨੂੰ ਮਜ਼ਬੂਤ ਕਰਨ ਲਈ ਕੌਡੀ ਕਬੱਡੀ ਖੇਡੀ ਜਾਂਦੀ, ਨੌਜਵਾਨ ਮਾਲਸ਼ਾ ਤੇ ਕਸਰਤ ਕਰਦੇ ਸਭਨਾਂ ਦੀਆਂ ਖੁਰਲੀਆਂ ਵਿੱਚ